ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਭੀ ਸਚ ਨਾਨਕ ਹੋਸੀ ਭੀ ਸਚ। ਜਿਉ ਬੁਲਾਵਹਿ ਤਿਉ ਬੋਲਾ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹ ਵਾਹ ਗੁਰੂ ਗੋਬਿੰਦ ਸਿੰਘ ਵਾਹ ਵਾਹ ਗੁਰੂ ਗੋਬਿੰਦ ਸਿੰਘ। ਆਪੇ ਗੁਰ ਚੇਲਾ ਆਪੇ ਗੁਰ ਚੇਲਾ ਜੀ ਕਲੰਗੀਆਂ ਵਾਲਾ ਬਾਜਾਂ ਵਾਲਾ। ਆਪੇ ਗੁਰ ਚੇਲਾ ਕਲੰਗੀਆਂ ਵਾਲਾ ਬਾਜਾਂ ਵਾਲਾ। ਵਾਲਾ ਬਾਜਾਂ ਵਾਲਾ। ਦਸੋਂ ਹੀ ਪਾਤਸ਼ਾਹਾਂ ਕੇ ਸਰੂਪ ਵਾ ਜਾਗਦੀ ਜੋਤ। ਸਾਰੇ ਹੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਸੰਸਾਰ ਦੇ ਸਾਂਝੇ ਰਹਿਬਰ, ਚਵਰ ਛਤਰ ਤਖਤਾਂ ਦੇ ਮਾਲਕ, ਕੁਰਤਾ ਗੱਦੀ ਤੇ ਵਿਰਾਜਮਾਨ, ਜੁਗੋ ਜੁਗ ਅਟਲ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਵਿੱਤਰ ਚਰਨ ਕਮਲਾਂ ਵਿੱਚ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਸਾਰੀ ਹੀ ਸੰਗਤ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਜੋ ਕਿ ਭਾਗਾਂ ਭਰਿਆ ਨਗਰ ਰੁੜਕਾ ਨਗਰ ਦੀਆਂ ਸਮੂਹ ਸਿੱਖ ਸੰਗਤਾਂ ਸ੍ਰੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਮਹਾਨ ਉਪਰਾਲਾ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਖਾਲਸਾ ਪੰਥ ਦਿਵਸ ਨੂੰ ਮੁੱਖ ਰੱਖਦੇ ਔਰ ਸ਼੍ਰੋਮਣੀ ਭਗਤ ਧੰਨਾ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਨਗਰ ਨਿਵਾਸੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੇ ਉਦਮ ਉਪਰਾਲਾ ਕੀਤਾ ਹੈ। ਵੈਸਾਖ ਧੀਰਨ ਕਿਉਂ ਵਾਢੀਐ, ਜਿਨ੍ਹਾਂ ਪ੍ਰੇਮ ਵਿਛੋਹ। ਚੇਤਰ ਦਾ ਮਹੀਨਾ ਸਮਾਪਤ ਹੋ ਕਰਕੇ ਅੱਜ ਵੈਸਾਖ ਦਾ ਮਹੀਨਾ ਆਰੰਭ ਹੋ ਚੁੱਕਾ ਹੈ। ਅੱਜ ਦੇ ਦਿਨ ਦੀ ਮਹਾਨ ਪੰਥ ਖਾਲਸਾ ਦਿਵਸ ਸਾਜਨਾ ਤੇ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਦਾਸਾਂ ਵੱਲੋਂ ਬਹੁਤ ਵਧਾਈਆਂ ਹੋਣ। ਸਤਿਗੁਰੂ ਜੀ ਅਨੁਖ ਹੈ। ਭਾਵੇਂ ਸਤਿਯੁਗ ਦਾ ਸਮਾਂ ਸੀ, ਤ੍ਰੇਤੇ ਯੁੱਗ ਦਾ ਸਮਾਂ ਸੀ, ਦੁਆਪਰ ਯੁੱਗ ਦਾ ਸਮਾਂ ਸੀ। ਹਰ ਯੁੱਗ ਦੇ ਵਿੱਚ ਗੁਰੂ ਦੀ ਲੋੜ ਪਈ ਹੈ। ਸਤਿਗੁਰੂ ਜੀ ਗੁਰਬਾਣੀ ਅੰਦਰ ਕਿਰਪਾ ਕਰਦੇ ਹਨ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨੌ ਬੁਰਾ। ਸਤਿਗੁਰ ਤੋਂ ਬਾਝੋਂ ਕੋਈ ਗੁਰੂ ਨਹੀਂ ਹੈ ਸਾਡਾ, ਦੇ ਨਗੁਰੇ ਪੁਰਸ਼ ਦਾ ਨਾਂ ਲੈਣਾ ਵੀ ਬੁਰਾ ਦੱਸਦੇ। ਗੁਰੂ ਵਾਲਾ ਬਣਨਾ ਅਤੀ ਜ਼ਰੂਰੀ ਹੈ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਰਦ, ਵੇਦ ਵਿਅਸਤੈ ਕੋਏ। ਦੁਨਿਆਵੀ ਵਿੱਦਿਆ ਪੜ੍ਹ ਲੈਣੀ ਚੰਗੀ ਗੱਲ ਹੈ, ਕੁਝ ਕਿਤਾਬਾਂ ਦਾ ਗਿਆਨ ਹਾਸਲ ਕਰ ਲੈਣਾ ਚੰਗੀ ਗੱਲ ਹੈ, ਪਰ ਗੁਰੂ ਤੋਂ ਬਿਨਾਂ ਗਿਆਨ, ਗੁਰੂ ਤੋਂ ਬਿਨਾਂ ਧਿਆਨ, ਗੁਰੂ ਤੋਂ ਬਿਨਾਂ ਮੁਕਤੀ ਹੋਣੀ ਇਹ ਬੜੀ ਔਖੀ ਗੱਲ ਹੈ। ਸਤਿਗੁਰੂ ਜੀ ਰਹਿਮਤ ਕਰਦੇ ਹਨ ਕਿ ਗੁਰੂ ਵਾਲਾ ਬਣਨਾ ਅਤੀ ਜ਼ਰੂਰੀ ਹੈ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 4 ਉਦਾਸੀਆਂ ਕੀਤੀਆਂ ਸੰਸਾਰ ਦੇ ਭਲੇ ਵਾਸਤੇ। ਸੰਸਾਰ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਪਰਮੇਸ਼ਰ ਦੇ ਨਾਲ ਮਿਲਣਾ ਕੀਤਾ ਹੈ। ਉਹ ਹੀ ਜੋਤ ਨੇ 10ਵੇਂ ਜਾਮੇ ਦੇ ਵਿੱਚ ਅੱਜ ਦੇ ਦਿਨ ਸਾਧ ਸੰਗਤ ਵੈਸਾਖੀ ਵਾਲੇ ਦਿਨ 1699 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਹਾਨ ਸੰਗਤਾਂ ਇਕੱਤਰ ਹੋਈਆਂ ਹਨ। ਦਿੱਲੀ ਵੱਲੋਂ ਸੰਗਤਾਂ ਆਈਆਂ ਨੇ, ਲਾਹੌਰ ਵੱਲੋਂ ਆਈਆਂ ਨੇ, ਕਰਨਾਟਕਾ ਵਿੱਚੋਂ ਸੰਗਤਾਂ ਆਈਆਂ ਨੇ, ਮਹਾਰਾਸ਼ਟਰ ਦੇ ਵਿੱਚੋਂ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਦਿਦਾਰਿਆਂ ਵਾਸਤੇ ਬੜਾ ਸੁੰਦਰ ਦਰਬਾਰ ਸਜਿਆ ਹੈ। ਇੱਕ ਪਾਸੇ ਤੰਬੂ ਸਜਾਇਆ ਗਿਆ ਹੈ। ਸ਼ੁਭ ਦਿਹਾੜਾ 1 ਵਿਸਾਖ 1699 ਈਸਵੀ ਦਾ ਅੰਮ੍ਰਿਤ ਵੇਲੇ ਦਾ ਦਿਨ ਹੋਇਆ। ਰਾਗੀ ਜਨਾਂ ਨੇ ਕੀਰਤਨ ਕੀਤਾ, ਆਸਾ ਦੀ ਵਾਰ ਦੀ ਸਮਾਪਤੀ ਕਰ ਦਿੱਤੀ ਹੈ। ਸੰਗਤ ਉਸੇ ਤਰ੍ਹਾਂ ਸੁਭਾਏਮਾਨ ਹੈ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਸਟੇਜ ਤੇ ਆਏ ਹਨ। ਹੱਥ ਵਿੱਚ ਨੰਗੀ ਸ਼ਮਸ਼ੀਰ ਭਾਵ ਤਲਵਾਰ ਪਕੜੀ ਹੈ ਤੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤਾ, ਭਾਈ ਗੁਰੂ ਦੀ ਸੰਗਤ ਇੱਕ ਸੀਸ ਦੀ ਲੋੜ ਹੈ, ਉੱਠੋ ਕੋਈ ਸੀਸ ਭੇਟ ਕਰੋ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਉਂ ਬਚਨ ਉਚਾਰਨ ਕੀਤੇ ਤਾਂ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਉੱਠੇ ਹਨ। ਭਾਈ ਦਇਆ ਰਾਮ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ। ਕਲਗੀਧਰ ਪਿਤਾ ਜੀ ਨੂੰ ਕਿਹਾ, ਮਹਾਰਾਜ ਤਨ ਮਨ ਧਨ ਸਭ ਕੁਛ ਤੁਹਾਡਾ ਹੀ ਹੈ, ਇਹ ਸੀਸ ਨੂੰ ਪ੍ਰਵਾਨ ਕਰੋ। ਮਹਾਰਾਜ ਜੀ ਤੰਬੂ ਦੇ ਵਿੱਚ ਲੈ ਗਏ ਹਨ। ਤੰਬੂ ਦੇ ਅੰਦਰ ਜਾ ਕੇ ਸ੍ਰੀ ਸਾਹਿਬ ਦਾ ਵਾਰ ਕੀਤਾ। ਭਾਈ ਦਇਆ ਰਾਮ ਜੀ ਦਾ ਜਿਹੜਾ ਸੀਸ ਸੀ ਧੜ ਨਾਲੋਂ ਵੱਖਰਾ ਕਰ ਦਿੱਤਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਸ ਸਮੇਂ ਤੰਬੂ ਦੇ ਨਜ਼ਦੀਕ ਪਹਿਰੇ ਦੀ ਸੇਵਾ ਤੇ ਧੰਨ ਬਾਬਾ ਸੰਗਤ ਸਿੰਘ ਜੀ ਵਰਸ਼ਾ ਪਕੜ ਕੇ ਖੜੇ ਸਨ। 80,000 ਤੋਂ ਲੈ ਕਰਕੇ 84,000 ਦੇ ਵਿੱਚ ਇਕੱਠ ਸੀ ਸਿੱਖ ਸੰਗਤਾਂ ਦਾ, ਜਿਹਦੇ ਵਿੱਚ ਭਾਈ ਬੀਬੀਆਂ ਬਜ਼ੁਰਗ ਨੌਜਵਾਨ ਵੀਰ ਵੀ ਬੈਠੇ ਸਨ। ਜਦੋਂ ਗੁਰੂ ਜੀ ਨੇ ਸੀਸ ਦੀ ਮੰਗ ਕੀਤੀ, ਪਹਿਲੀ ਗੱਲ ਸੀਸ ਦੀ ਭੇਟਾ ਸੁਣ ਕੇ ਸਾਰੇ ਪਾਸੇ ਸਨਾਟਾ ਛਾ ਗਿਆ। ਪਹਿਲੇ ਨੰਬਰ 'ਤੇ ਭਾਈ ਦਇਆ ਰਾਮ ਜੀ ਉੱਠੇ ਨੇ। ਮਹਾਰਾਜ ਜੀ ਨੇ ਤੰਬੂ ਵਿੱਚ ਲਿਜਾ ਕੇ ਉਹਨਾਂ ਦੇ ਸੀਸ ਨੂੰ ਧੜ ਤੋਂ ਜੁਦਾ ਕਰ ਦਿੱਤਾ। ਹੁਣ ਸ੍ਰੀ ਸਾਹਿਬ ਨੂੰ ਸਾਧ ਸੰਗਤ ਤਲਵਾਰ ਖੂਨ ਨਾਲ ਭਿੱਜੀ ਹੈ। ਪਾਤਸ਼ਾਹ ਦੂਸਰੀ ਵਾਰ ਫੇਰ ਇੱਕ ਸੀਸ ਦੀ ਮੰਗ ਕਰ ਰਹੇ ਹਨ ਤਾਂ ਭਾਈ ਧਰਮਚੰਦ ਜੀ ਉੱਠੇ ਹਨ। ਮਹਾਰਾਜ ਜੀ, ਮੇਰਾ ਸੀਸ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ, ਮੇਰੇ ਸੀਸ ਨੂੰ ਵੀ ਪ੍ਰਵਾਨ ਕਰੋ। ਮਹਾਰਾਜ ਜੀ ਭਾਈ ਧਰਮਚੰਦ ਨੂੰ ਲਿਜਾ ਕਰਕੇ ਤੰਬੂ ਦੇ ਵਿੱਚ ਹੀ ਸ੍ਰੀ ਸਾਹਿਬ ਜੀ ਦਾ ਵਾਰ ਕਰ ਦਿੱਤਾ ਤਾਂ ਜਿਹੜਾ ਸੀਸ ਸੀ ਧੜ ਤੋਂ ਅਲੱਗਾ ਕਰ ਦਿੱਤਾ ਤੇ ਧੜ ਡਿੱਗਣ ਦੀ ਆਵਾਜ਼ ਬਾਹਰ ਸੁਣਾਈ ਦਿੱਤੀ, ਆਖੋ ਸਤਿਨਾਮ ਵਾਹਿਗੁਰੂ। ਤੀਸਰੀ ਵਾਰ ਫਿਰ ਸਤਿਗੁਰੂ ਜੀ ਤੰਬੂ ਵਿੱਚੋਂ ਬਾਹਰ ਆਏ ਹਨ। ਤੀਸਰੇ ਸੀਸ ਦੀ ਮੰਗ ਕੀਤੀ ਤਾਂ ਉਸ ਵਕਤ ਸਾਧ ਸੰਗਤ ਕਈ ਖਿਸਕਣੇ ਸ਼ੁਰੂ ਹੋ ਗਏ। ਸਾਡੇ ਵਰਗੇ ਕੜਾਹ ਪ੍ਰਸ਼ਾਦ ਹੀ ਛਕਣ ਵਾਲੇ ਔਰ ਮਨ 'ਚ ਸੋਚਦੇ ਨੇ, ਪਹਿਲਾਂ ਵੀ 9 ਗੁਰੂ ਹੋਏ ਨੇ, ਅੱਗੇ ਤਾਂ ਕਿਸੇ ਗੁਰੂ ਸਾਹਿਬ ਨੇ ਸਿੱਖ ਦਾ ਸੀਸ ਨਹੀਂ ਕੱਟਿਆ। ਆਪੋ ਆਪਣੀ ਮਤ ਅਨੁਸਾਰ ਗੱਲਾਂ ਬਾਤਾਂ ਸੋਚਦੇ ਨੇ ਮਨ ਦੇ ਵਿੱਚ, ਕਿਉਂਕਿ ਗੁਰੂ ਅਤੇ ਪਰਮੇਸ਼ਰ ਦੇ ਅੰਤ ਨੂੰ ਕੋਈ ਜਾਣ ਨਹੀਂ ਸਕਦਾ, ਆਖੋ ਸਤਿਨਾਮ। ਪਰਮੇਸ਼ਰ ਅਤੇ ਗੁਰੂ ਇੱਕੋ ਹੀ ਹੁੰਦੇ ਹਨ, ਗੁਰ ਪਰਮੇਸ਼ਰ ਇੱਕੋ ਜਾਣ। ਸ਼ਰਧਾ ਦੀ ਲੋੜ ਹੈ, ਭਾਵਨਾ ਦੀ। ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਅਰਦਾਸ ਕਰਕੇ ਇਹ ਮੰਗ ਮੰਗਿਆ ਕਰੀਏ, ਪਾਤਸ਼ਾਹ ਸਾਡੇ 'ਤੇ ਵੀ ਰਹਿਮਤਾਂ ਕਰੋ। ਤੇ ਸਾਧ ਸੰਗਤ ਖਿਸਕਣੀ ਸ਼ੁਰੂ ਹੋ ਗਈ ਉੱਠ ਕੇ ਕਿ ਗੁਰੂ ਸਾਹਿਬ ਤਾਂ ਸੀਸ ਮੰਗੀ ਜਾਂਦੇ ਨੇ, ਸੀਸ ਕੱਟੀ ਜਾਂਦੇ ਨੇ ਸਿੱਖਾਂ ਦੇ। ਤੇ ਜਦੋਂ ਤੀਸਰਾ ਸੀਸ ਗੁਰੂ ਸਾਹਿਬ ਜੀ ਨੇ ਮੰਗਿਆ ਤਾਂ ਸਾਧ ਸੰਗਤ ਭਾਈ ਮੋਹਕਮ ਰਾਏ ਜੀ ਉੱਠੇ ਹਨ। ਮਹਾਰਾਜ ਜੀ ਉਹਨਾਂ ਨੂੰ ਵੀ ਤੰਬੂ ਵਿੱਚ ਲਿਜਾ ਕੇ ਸ੍ਰੀ ਸਾਹਿਬ ਦਾ ਵਾਰ ਕਰਕੇ ਸੀਸ ਧੜ ਨਾਲੋਂ ਵੱਖਰਾ ਕਰ ਦਿੱਤਾ। ਕੁਝ ਸਿੰਘ ਮਾਤਾ ਗੁਜਰੀ ਜੀ ਦੇ ਪਾਸ ਗਏ ਹਨ। ਮਾਤਾ ਜੀ, ਪਹਿਲਾਂ ਵੀ 9 ਗੁਰੂ ਹੋਏ ਹਨ, ਕਿਸੇ ਗੁਰੂ ਨੇ ਸਿੱਖ ਦਾ ਸੀਸ ਨਹੀਂ ਲਿਆ, ਸੀਸ ਨਹੀਂ ਵੱਢਿਆ, ਕੱਟਿਆ ਨਹੀਂ ਹੈ। ਤੇ ਇਹ ਸ਼੍ਰੀ ਗੋਬਿੰਦ ਰਾਏ ਜੀ ਸਿੱਖਾਂ ਦੇ ਸੀਸ ਕੱਟੀ ਜਾਂਦੇ ਹੈ। ਅਗਰ ਐਸਾ ਨਾ ਹੋਵੇ ਸਿੱਖਾਂ ਨੂੰ ਹੀ ਖਤਮ ਕਰ ਦੇਣ।
ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਦੀ ਸੈਂਕੜੇ ਜਨਮਾਂ ਦੀ ਭਗਤੀ ਸੀ। ਆਖੋ ਸਤਿਨਾਮ। ਕਹਿਣ ਲੱਗੇ ਨਹੀਂ, ਇਹ ਗੁਰੂ ਜੀ ਦੇ ਇਹਨਾਂ ਕੌਤਕਾਂ ਵਿੱਚ ਕੁਝ ਰਾਜ ਛੁਪੇ ਨੇ। ਇਹਨਾਂ ਕੌਤਕਾਂ ਦੇ ਵਿੱਚ ਬੜਾ ਕੁਝ ਛੁਪਿਆ ਹੈ। ਇਹ ਭੋਲਾ ਜਗ ਭੋਲਾ ਸੰਸਾਰ ਕੀ ਜਾਣ ਸਕਦਾ ਹੈ। ਚੌਥੇ ਸੀਸ ਦੀ ਫਿਰ ਮੰਗ ਕੀਤੀ ਕਲਗੀਧਰ ਪਿਤਾ ਜੀ ਨੇ। ਭਾਈ ਹਿੰਮਤ ਸਿੰਘ ਜੀ ਉੱਠੇ ਹਨ। ਉਸੇ ਤਰ੍ਹਾਂ ਤੰਬੂ ਵਿੱਚ ਲਿਜਾ ਕੇ ਮਹਾਰਾਜ ਜੀ ਨੇ ਸ੍ਰੀ ਸਾਹਿਬ ਦਾ ਵਾਰ ਕਰ ਦਿੱਤਾ। ਇਹ ਕਿੱਡਾ ਵੱਡਾ ਇਮਤਿਹਾਨ ਸੀ ਸਾਧ ਸੰਗਤ, ਕਿੱਡਾ ਵੱਡਾ ਪਰਖ ਦਾ ਸਮਾਂ ਸੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। 12ਵੀਂ ਕਲਾਸ ਦੇ ਸਵਾਲ ਨੂੰ 12ਵੀਂ ਦਾ ਵਿਦਿਆਰਥੀ ਹੀ ਹੱਲ ਕਰੇਗਾ, ਨਾ ਕਿ 5ਵੀਂ 'ਚ ਪੜ੍ਹਨ ਵਾਲਾ 12ਵੀਂ ਕਲਾਸ ਦੇ ਸਵਾਲ ਨੂੰ ਹੱਲ ਨਹੀਂ ਕਰ ਸਕਦਾ। ਇੱਥੇ ਐਵੇਂ ਨਹੀਂ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਹ ਜਿਹੜੀ ਪ੍ਰੇਮ ਦੀ ਖੇਲ ਹੈ ਨਾ, ਗੁਰੂ ਪਿਆਰ ਦੀ ਖੇਲ ਹੈ, ਇਹਦੇ ਵਿੱਚ ਬਿਰਲੇ ਬਿਰਲੇ ਪਾਸ ਹੁੰਦੇ ਨੇ, ਬਿਰਲੇ ਬਿਰਲੇ ਜਾਣਦੇ ਨੇ। ਇਹ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬੇਅੰਤ ਰਹਿਮਤ। ਹਾਂਜੀ ਕੋਈ ਕੋਈ ਲੰਘਦਾ ਪ੍ਰੇਮ ਵਾਲੀ ਗਲੀ, ਕੋਈ ਕੋਈ ਲੰਘਦਾ ਪ੍ਰੇਮ ਵਾਲੀ ਗਲੀ। ਪੰਜਵੀਂ ਵਾਰ ਫੇਰ ਸੀਸ ਮੰਗਿਆ ਕਲਗੀਧਰ ਪਿਤਾ ਜੀ ਨੇ। ਫਿਰ ਭਾਈ ਸਾਹਿਬ ਚੰਦ ਜੀ ਉੱਠੇ ਹਨ। ਉਹਨਾਂ ਨੇ ਵੀ ਆ ਕੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜੀ ਮੇਰਾ ਸੀਸ ਵੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ, ਪ੍ਰਵਾਨ ਕਰੋ। ਤੇ ਗੁਰੂ ਸਾਹਿਬ ਜੀ ਤੰਬੂ ਵਿੱਚ ਲੈ ਗਏ। ਤੰਬੂ ਵਿੱਚ ਲਿਜਾ ਕਰਕੇ ਸ੍ਰੀ ਸਾਹਿਬ ਦਾ ਵਾਰ ਕੀਤਾ ਤੇ ਭਾਈ ਸਾਹਿਬ ਚੰਦ ਦਾ ਸੀਸ ਵੀ ਧੜ ਤੋਂ ਜੁਦਾ ਕਰ ਦਿੱਤਾ। ਬੜੀ ਸੰਗਤ ਉੱਠ ਕੇ ਚਲੀ ਗਈ ਕਿ ਪਹਿਲੇ ਗੁਰੂਆਂ ਨੇ ਤਾਂ ਸਿੱਖਾਂ ਦੇ ਸੀਸ ਕੱਟੇ ਹੀ ਨਹੀਂ ਕਦੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਦਾ ਦੂਜੇ ਨਾਲ, ਦੂਜੇ ਦਾ ਤੀਜੇ ਨਾਲ, ਇਸ ਤਰ੍ਹਾਂ ਕਰਕੇ ਧੜਾਂ ਦੇ ਨਾਲ ਸੀਸ ਜੋੜ ਦਿੱਤੇ ਨੇ। ਸਤਿਗੁਰ ਮੇਰਾ ਮਾਰ ਜੀ ਵੱਲ,
सतगुरु सर्व कला समर्थ ਹਨ, मरे हुए ਨੂੰ ਜਿੰਦਾ ਕਰ ਸਕਦੇ ਹਨ। ਇਹ ਸਮਰੱਥਾ ਹੈ ਉਹਨਾਂ ਦੇ ਵਿੱਚ। ਗੁਰੂ ਪਾਤਸ਼ਾਹ ਦੇ ਪ੍ਰਤੀ ਅਤਿਅੰਤ ਸ਼ਰਧਾ ਹੋਣੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੋ ਸਤਿਗੁਰੂ ਮਹਾਰਾਜ ਜੀ ਨੇ ਸਰਬਲੋਹ ਦੇ ਬਾਟੇ ਵਿੱਚ ਜਲ ਪਾਇਆ ਹੈ। ਖੰਡਾ ਫੇਰ ਰਹੇ ਹਨ, ਜਪਜੀ ਸਾਹਿਬ ਜਾਪ ਸਾਹਿਬ, ਤਲ ਪ੍ਰਸਾਦ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ। 5 ਬਾਣੀਆਂ ਦਾ ਜਾਪ ਕਰਕੇ ਖੰਡੇ ਬਾਟੇ ਦੀ ਪਾਹੁਲ ਭਾਵ ਅੰਮ੍ਰਿਤ ਤਿਆਰ ਕੀਤਾ ਹੈ। ਫਿਰ 5 ਸਿੰਘਾਂ ਨੂੰ ਛਕਾਉਣਾ ਕੀਤਾ ਹੈ। 5 ਚੂਲੇ ਛਕਾਏ ਹਨ। ਇੱਕ ਚੂਲਾ ਛਕਾ ਕੇ ਸਤਿਗੁਰੂ ਜੀ ਕਹਾਉਂਦੇ ਹਨ, ਬੋਲੋ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ 5 ਚੂਲੇ ਛਕਾ ਕੇ 5 ਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਵਾਉਂਦੇ ਹਨ। 5 ਵਾਰੀ ਸੀਸ ਵਿੱਚ ਚੂਲੇ ਪਾਏ ਹਨ। ਤਦ ਵੀ 5 ਵਾਰੀ ਫਤਿਹ ਬੁਲਵਾਈ ਹੈ ਸਿੱਖਾਂ ਤੋਂ। 5 ਵਾਰੀ ਕਲਗੀਧਰ ਪਿਤਾ ਜੀ ਨੇ ਨੇਤਰਾਂ ਵਿੱਚ ਛਿੱਟੇ ਮਾਰੇ ਹਨ ਅੰਮ੍ਰਿਤ ਦੇ। ਸਾਧ ਸੰਗਤ ਫੇਰ ਵੀ 5 ਵਾਰੀ ਫਤਿਹ ਅੱਗੇ ਬੋਲਦੇ ਹਨ, ਪਿੱਛੇ ਬੁਲਾਉਂਦੇ ਹਨ। ਇੰਜ ਕਰਕੇ ਅੰਮ੍ਰਿਤ ਛਕਾਉਣਾ ਕੀਤਾ ਹੈ ਕਲਗੀਧਰ ਪਿਤਾ ਜੀ ਨੇ। ਔਰ ਫਿਰ ਭਾਈ ਦਇਆ ਸਿੰਘ ਹੁਣਾਂ ਨੂੰ ਬਚਨ ਕਰਦੇ ਹਨ, ਜਿਸ ਤਰ੍ਹਾਂ ਅਸੀਂ ਤੁਹਾਨੂੰ ਅੰਮ੍ਰਿਤ ਛਕਾਉਣਾ ਕੀਤਾ ਹੈ, ਇਸੇ ਤਰ੍ਹਾਂ ਸਾਨੂੰ ਵੀ ਅੰਮ੍ਰਿਤ ਛਕਾਓ। ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਤਦ ਜਿਸ ਤਰ੍ਹਾਂ 5 ਪਿਆਰਿਆਂ ਨੂੰ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਾਇਆ ਸੀ, ਉਸੇ ਤਰ੍ਹਾਂ ਆਪ ਖੰਡੇ ਬਾਟੇ ਦੀ ਪਹੁਲ ਛਕਣਾ ਕੀਤੀ ਹੈ ਕਲਗੀਧਰ ਪਾਤਸ਼ਾਹ ਜੀ ਨੇ। ਵਾਹ ਪ੍ਰਗਟਿਓ ਮਰਦ ਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੁਰ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪੇ ਗੁਰੂ ਬਣੇ ਅਤੇ ਆਪੇ ਚੇਲੇ ਵੀ ਬਣੇ। ਭਾਈ ਗੁਰਦਾਸ ਜੀ 12 ਵਿੱਚ ਇਹ ਸ਼ਬਦ ਲਿਖਦੇ ਨੇ, ਆਖੋ ਸਤਿਨਾਮ। ਔਰ ਦੱਸਿਆ ਹੈ ਕਿ ਅੰਮ੍ਰਿਤ ਵੇਲੇ ਜਪਜੀ ਸਾਹਿਬ ਜਾਪ ਸਾਹਿਬ ਦਾ ਪ੍ਰਸਾਦ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਦੀ 5 ਬਾਣੀਆਂ ਦਾ ਨਿਤਨੇਮ ਕਰਨਾ ਹੈ। ਗੁਰ ਮੰਤਰ ਮੂਲ ਮੰਤਰ ਸਿਮਰਨ ਦਾ ਅਭਿਆਸ ਕਰਨਾ ਹੈ। ਸ਼ਾਮ ਵੇਲੇ ਸੋਹਦਾ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਹੈ। ਵਿਸਰਾਮ ਕਰਨ ਵੇਲੇ ਸੋਹਿਲਾ ਸਾਹਿਬ ਦਾ ਪਾਠ ਕਰਨਾ ਹੈ। ਧਰਮ ਦੀ ਕਿਰਤ ਬਿਰਤ ਕਰਨੀ ਹੈ। ਕੇਸ ਰੱਖਣੇ ਹਨ, ਕੇਸਾਂ ਦੇ ਵਿੱਚ ਕੰਘਾ ਰੱਖਣਾ ਹੈ। 2 ਟਾਈਮ ਕੰਘਾ ਕਰਨਾ ਹੈ, ਭਾਵ ਕੇਸ ਵਾਹੁਣੇ ਹਨ। ਕੜਾ ਪਹਿਨਣਾ ਹੈ, ਕਛਹਿਰਾ ਪਹਿਨਣਾ ਹੈ ਅਤੇ ਕਿਰਪਾਨ ਇਹ ਸਦਾ ਹੀ ਪਹਿਨ ਕੇ ਰੱਖਣੀ ਹੈ। ਅਤੇ ਸਾਧ ਸੰਗਤ ਫਿਰ 5 ਨੂੰ ਅੰਮ੍ਰਿਤ ਛਕਾ ਕੇ ਮਹਾਰਾਜ ਜੀ ਨੇ ਸਿੰਘ ਸ਼ਬਦ ਲਗਾ ਦਿੱਤਾ। ਧੰਨ ਪਏ ਪਿਆਰੇ ਦਇਆ ਸਿੰਘ ਜੀ, ਧੰਨ ਪਿਆਰੇ ਧਰਮ ਸਿੰਘ ਜੀ, ਧੰਨ ਪਿਆਰੇ ਹਿੰਮਤ ਸਿੰਘ ਜੀ, ਧੰਨ ਪਿਆਰੇ ਮੋਹਕਮ ਸਿੰਘ ਜੀ, ਧੰਨ ਪਿਆਰੇ ਸਾਹਿਬ ਸਿੰਘ ਜੀ। ਜਦੋਂ ਸਿੱਖ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਦਾ ਹੈ, ਉਹਦੇ ਅੰਦਰ ਫਿਰ ਇਹ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ। ਪਹਿਲਾ ਨੰਬਰ ਮਨ ਵਿੱਚ ਦਇਆ ਹੋਣੀ ਚਾਹੀਦੀ ਹੈ। ਆਖੋ ਸਤਿਨਾਮ। ਜਿਹੜੇ ਹਿਰਦੇ ਵਿੱਚ ਦਇਆ ਹੋਵੇਗੀ ਉਹ ਧਰਮ ਕਮਾਏਗਾ। ਧਰਮ ਕਮਾਏਗਾ ਤਾਂ ਹਿੰਮਤ ਆਏਗੀ। ਹਿੰਮਤ ਆਏਗੀ ਤਾਂ ਮੋਹ ਟੁੱਟੂਗਾ। ਮੋਹ ਟੁੱਟ ਜਾਏਗਾ। ਸਾਧ ਸੰਗਤ ਅੰਮ੍ਰਿਤ ਵੇਲੇ ਉੱਠਣ ਦੀ ਹਿੰਮਤ ਕਰਨੀ ਪੈਂਦੀ ਹੈ। ਬਾਣੀ ਪੜ੍ਹਨ ਵਾਸਤੇ, ਗੁਰੂ ਘਰ ਆਉਣ ਵਾਸਤੇ, ਸੇਵਾ ਕਰਨ ਵਾਸਤੇ ਹਿੰਮਤ ਕਰਨੀ ਪੈਂਦੀ ਹੈ। ਅਤੇ ਸਾਧ ਸੰਗਤ ਜੇ 5 ਪਿਆਰੇ ਮੋਹ ਦੇ ਵਿੱਚ ਬੱਝੇ ਰਹਿੰਦੇ ਤਾਂ ਸੀਸ ਨਹੀਂ ਦੇ ਸਕਦੇ ਸੀ। ਆਖੋ ਸਤਿਨਾਮ। ਉਹਨਾਂ ਨੇ ਮੋਹ ਦੇ ਜੰਜਾਲ ਆਪਣੇ ਛੱਡ ਕੇ ਕੱਟ ਕੇ ਗੁਰੂ ਦੇ ਚਰਨਾਂ ਵਿੱਚ ਸੀਸ ਦੇਣਾ ਪ੍ਰਵਾਨ ਕਰ ਲਿਆ ਹੈ। ਅਤੇ ਸਾਧ ਸੰਗਤ
ਫਿਰ 4 ਕੁਰੈਤਾਂ ਸਤਿਗੁਰੂ ਜੀ ਨੇ ਦੱਸੀਆਂ ਹਨ। ਕੇਸ ਨਹੀਂ ਕਟਵਾਉਣੇ, ਬੀਬੀਆਂ ਨੇ ਪਰਾਏ ਪੁਰਸ਼ ਦਾ ਸੰਗ ਨਹੀਂ ਕਰਨਾ, ਪੁਰਸ਼ ਨੇ ਪਰਾਈ ਇਸਤਰੀ ਦਾ ਸੰਗ ਨਹੀਂ ਕਰਨਾ। ਤੀਜੇ ਨੰਬਰ 'ਤੇ ਜੋ ਤੰਬਾਕੂ ਜਗਤ ਝੂਠ ਹੈ ਇਹ ਨਹੀਂ ਵਰਤਣੀ, ਪੁੱਠਾ ਨਹੀਂ ਵਰਤਣਾ। ਐਸੀਆਂ ਕੁਰੈਤਾਂ ਤੋਂ ਸਾਨੂੰ ਸਤਿਗੁਰਾਂ ਜਿਨ੍ਹਾਂ ਨੇ ਵਰਜਿਆ ਹੈ। ਧੰਨ ਬਾਬਾ ਜੈ ਸਿੰਘ ਜੀ ਜਿਨ੍ਹਾਂ ਨੇ ਪੁੱਠੀ ਖੱਲ ਤਾਂ ਲਹਾ ਦਿੱਤੀ ਸਮੇਤ ਪਰਿਵਾਰ ਦੇ। ਬਾਰਨ ਪਿੰਡ ਪਟਿਆਲੇ ਦੇ ਨਜ਼ਦੀਕ ਪੈਂਦਾ ਹੈ, ਪਰ ਉਹਨਾਂ ਨੇ ਅਬਦੋਸ ਸੰਬੰਧ ਖਾਂ ਮੁਸਲਮਾਨ ਦਾ ਤੰਬਾਕੂ ਵਾਲਾ ਬੋਝਾ, ਤੰਬਾਕੂ ਵਾਲੀ ਗਠੜੀ ਚੱਕਣੀ ਮਨਜ਼ੂਰ ਨਹੀਂ ਕੀਤੀ ਔਰ ਸਿੱਖੀ ਧਰਮ ਛੱਡਣਾ ਮਨਜ਼ੂਰ ਨਹੀਂ ਕੀਤਾ। ਉਹਨਾਂ ਦੇ ਧਰਮ ਨੂੰ ਅਪਣਾਇਆ ਨਹੀਂ, ਆਪਣੇ ਧਰਮ ਵਿੱਚ ਰਹਿ ਕੇ ਹੀ ਅੱਖਾਂ ਦੇ ਸਾਹਮਣੇ ਪਰਿਵਾਰ ਨੂੰ ਸ਼ਹੀਦ ਹੁੰਦਿਆਂ ਤੱਕਿਆ। ਔਰ ਅਬਦੋਸ ਸੰਬੰਧ ਖਾਂ ਕਹਿ ਰਿਹਾ ਹੈ ਇਹ ਨਹੀਂ ਮੰਨਦਾ, ਇਹਦੇ 4 ਜੀ ਸ਼ਹੀਦ ਕਰ ਦਿੱਤੇ ਹਨ। ਹੁਣ ਇਹਨੂੰ ਆ ਸਾਹਮਣੇ ਜੌੜੇ ਪਿੱਪਲਾਂ ਦੇ ਨਾਲ ਪੁੱਠਾ ਲਟਕਾ ਕੇ ਪੈਰਾਂ ਤੋਂ ਸਿਰ ਤੱਕ ਪੁੱਠੀ ਖੱਲ ਉਧੇੜ ਦਿਓ। ਆਖੋ ਸਤਿਨਾਮ। ਅਰਦਾਸਾਂ ਵਿੱਚ ਸੁਣਦੇ ਪੜ੍ਹਦੇ ਹਾਂ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਉਬਲਦੀਆਂ ਦੇਗਾਂ ਵਿੱਚ ਬੈਠੇ। ਦੇਗਾਂ ਦਾ ਭਾਵ ਆ ਦੇਗ ਛਕਣ ਵਾਲੀ ਨਹੀਂ, ਉਹ ਦੇਗ ਜਿਹਨੂੰ ਆਪਾਂ ਦੇਗਾ ਕਹਿ ਦਿੰਦੇ ਹਾਂ, ਇੱਕ ਬਰਤਨ ਬਣਿਆ ਹੁੰਦਾ, ਉਹਦੇ ਵਿੱਚ ਉਬਲਦੇ ਪਾਣੀ ਦੇ ਵਿੱਚ ਬਿਠਾ ਕੇ ਤਸੀਹੇ ਦਿੱਤੇ ਨੇ। ਉਬਲਦੀਆਂ ਦੇਗਾਂ ਵਿੱਚ ਬੈਠੇ ਆਰਿਆਂ ਨਾਲ ਤਨ ਚਰਾਏ। ਸਿੱਖੀ ਧਰਮ ਨਹੀਂ ਛੱਡਿਆ, ਖੋਪਰੀਆਂ ਉਤਰਵਾਈਆਂ, ਜਿਉਂਦੇ ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਪੁੱਠੀਆਂ ਖੱਲਾਂ ਲਹਾਈਆਂ। ਤਿਨਾਂ ਦੀ ਕਮਾਈ ਦਾ ਧਿਆਨ ਧਰ ਬੋਲਣਾ ਜੀ ਸ਼੍ਰੀ ਵਾਹਿਗੁਰੂ। ਇਹੋ ਸ਼ਕਤੀ ਕਿੱਥੋਂ ਆਈ ਇੰਨੇ ਤਸੀਹੇ ਝੱਲਣ ਦੀ, ਸ਼ਹਾਦਤ ਦੇਣ ਦੀ? ਖੰਡੇ ਬਾਟੇ ਦੀ ਪਹੁੰਚ ਵਿੱਚੋਂ ਉਹ ਸ਼ਕਤੀ ਆਈ। ਆਪਣੇ ਨਜ਼ਦੀਕ ਹੀ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਮ ਪਿੰਡ ਤੋਂ ਖੰਡੇ ਬਾਟੇ ਦੀ ਪਹੁਲ ਛਕੀ। 101 ਪਾਠ ਜਪਜੀ ਸਾਹਿਬ ਜੀ ਦਾ ਰੋਜ਼ਾਨਾ ਕਰਦੇ ਨੇ, 5 ਬਾਣੀਆਂ ਦਾ ਨਿਤਨੇਮ ਕਰਦੇ ਨੇ। ਅਤੇ ਸਾਧ ਸੰਗਤ ਬਜ਼ੁਰਗ ਉਮਰ ਦੇ ਵਿੱਚ ਖੰਡਾ ਬਹਾਉਣ ਦੀ ਸ਼ਕਤੀ ਇਹ ਵੀ ਖੰਡੇ ਬਾਟੇ ਦੀ ਪਹੁਲ ਵਿੱਚੋਂ ਪ੍ਰਾਪਤ ਹੋਈ। ਆਖੋ ਸਤਿਨਾਮ ਵਾਹਿਗੁਰੂ। ਅੱਜ ਦੇ ਦਿਨ ਫਿਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਸਾਜਣਾ ਕੀਤਾ। ਉਸ ਵਕਤ ਸਾਧ ਸੰਗਤ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਗੁਰੂ ਸਾਹਿਬ ਨੇ ਜੋ 5 ਸੀਸ ਕੱਟੇ ਸੀ, 5 ਦੇ ਜੋੜ ਦਿੱਤੇ ਨੇ, ਖਾਲਸੇ ਸਜਾ ਦਿੱਤਾ ਹੈ ਔਰ ਕਹਿਣਾ ਕੀਤਾ ਹੈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪਿੰਡ ਪ੍ਰਾਣ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਰਹਿਤ ਬਿਨਾ ਨਾ ਸਿੰਘ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜਿਹੜਾ ਰਹਿਣੀ ਰੱਖੇਗਾ, ਰਹਿਤਾਂ ਵਿੱਚ ਪੂਰਾ ਰਹੇਗਾ, ਪਾਤਸ਼ਾਹ ਕਹਿੰਦੇ ਉਹ ਮੇਰਾ ਲਾਡਲਾ, ਉਹ ਮੇਰੇ ਪ੍ਰਾਣਾਂ ਤੋਂ ਪਿਆਰਾ ਮੇਰਾ ਖਾਲਸਾ ਹੋਵੇਗਾ। ਆਖੋ ਸਤਿਨਾਮ। ਅਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੱਬੇ ਕੁਚਲੇ ਸ਼ੂਦਰ ਕਹੇ ਜਾਣ ਵਾਲੇ ਲੋਕਾਂ ਨੂੰ ਖੰਡੇ ਬਾਟੇ ਦੀ ਪਹੁਲ ਛਕਾ ਕਰਕੇ ਸਾਧ ਸੰਗਤ ਸਰਦਾਰ ਬਣਾ ਦਿੱਤਾ। ਉਚਾਰਿਆ ਸੀ ਨਾ ਸਤਿਗੁਰਾਂ ਨੇ, ਸਤਿਗੁਰਾਂ ਜੀ ਨੇ ਬਚਨ ਉਚਾਰਿਆ ਸੀ, ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਆ, ਨੀਵੀਂ ਜਾਤ ਦੇ ਕਹਿੰਦੇ ਆ, ਇਹਨਾਂ ਤੋਂ ਨਫ਼ਰਤ ਕਰਦੇ ਆ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਪਾਤਸ਼ਾਹ ਕਹਿੰਦੇ ਇਹ ਸਿੱਖ ਵਿੱਚ ਖਾਲਸੇ ਨਿਵਾਸ ਰਹੂੰ ਮੇਰਾ, ਖਾਲਸਾ ਹੀ ਮੇਰਾ ਰੂਪ ਹੈ, ਵਿੱਚ ਖਾਲਸੇ ਨਿਵਾਸ ਰਹੂੰ ਮੇਰਾ,
श्री गुरु नानक देव महाराज जी तो लैकर श्री गुरु गोबिंद सिंह महाराज जी तक सारी लोकाई नूं, सारे जगत नूं, दुनिया नूं गुरबाणी द्वारा उपदेश करते रहे ने गुरु साहिबान जी। और जे खंड बाटे दी पहल साजी ਉਹਦੇ ਵਿੱਚ भी गुरबाणी ਦੀ ही शक्ति पाई। जपजी साहिब, जाप साहिब, तप प्रसाद सवैये, चौपई साहिब, आनंद साहिब। और माता जी ने खंडे बाटे की पहल दे विच पताशे पाए कि ये खालसे दे अंदर मिठास रहेगी, खालसे दे अंदर प्रेम प्यार रहेगा। खालसा कौन है? जो अकाल पुरख दा पुजारी है। आखो सतनाम। खालसा जिहदे विच कोई मिलावट ना होवे। आप जी जानते हो साध संगत, कई दुकानों ते शर्त रखी जाती है कि खालस देसी घ्यो बेचते हाँ, मिलावट फड़न वाले नूं, मिलावट सबूत करन वाले नूं इनाम दिता जाऊगा। खालस है जो खास है। तो कलगीधर पातशाह महाराज जी फरमाउंदे ने जिहड़ा सारियां रहतां रखदा, रहतां तो बच के रहिंदा, नाम सिमरन अभ्यास करदा, वो मेरा ही स्वरूप है। खालसा मेरो रूप है खास। कलगीधर पिता जी ने अपना नाम भी श्री गोबिंद राय तो खंडे बाटे की पहल छक करके गुरु गोबिंद सिंह जी बने। आखो सतनाम। सतगुरु कलगीधर पातशाह महाराज जी बचित्र नाटक बाणी विच लिखते हैं, जदों असी हेमकुंट की धरती ते तपस्या करते सी, बंदगी करते सी, परमेश्वर के चरणों में सुरत लगी हुई सी। अकाल पुरख वाहिगुरु जी के दर्शन होए ते अकाल पुरख वाहिगुरु जी के नाल साडे वचन विचार होए। जो निज प्रभु मोह सो कहा, सो कहे हो जग माहे। जो कुछ मैनू काल पुरख वाहिगुरु जी ने कहना किया, मैं ओह कुछ ही संसार विच आके कहा ते करिया है। आखो सतनाम। सानू काल पुरख जी ने कहना किया। कलगीधर पातशाह लिखते हैं, ऐ दुष्ट दमन तुसी संसार विच जाना प्रकाश धारण करके। संसार विच जाना तुसी। कहते असी बेनती की महाराज, संसार विच जाण नूं मन नहीं चाहुंदा, मन नहीं करता, क्योंकि आवन को हमरो चित न पायो, द्वैत एक रूप होए गए। कलगीधर पातशाह महाराज अपनी कलम नाल लिखते हैं, वाहिगुरु परमेश्वर की भगती विच इन्ने डूंघे रंगे गए, साडा संसार विच आउण नूं चित नहीं सी मनदा, क्योंकि परमेश्वर दे नाम नाल चुभी रही सुरत प्रभ चरणन में। परमेश्वर दे चरणों विच इन्नी डूंघी सुरत जुड़ी हुई सी, इन्नी डूंघी सुरत लगी हुई सी। फिर अकाल पुरख जी ने सानू कहते वचन कीते, वरदान बख्शिया, ऐ दुष्ट दमन तुहानू संसार ते जाना ही पैना है। तुहाडी ड्यूटी लगा के भेजदे आ, तुहानू बख्शां दे के भेजदे आ। मैं अपना सुत तोहे निवाजा, पंथ परचर करबे को साजा। ऐ दुष्ट दमन तैनू पुत्र नवाज के मैं भेजदा दुनिया ते। तैनू पुत्र नवाज के मैं अपना भेजदा दुनिया ते।
सुत तोहे नवाचा, पंथ परचर करबे को साजा। हे दुष्ट दमन जी, तुहाडी ड्यूटी लगा के भेजदे आ, तुसीं संसार विच जाके पंथ की रचना करनी है। आखो सतनाम। कलगीधर सच्चे पातशाह जी ने अकाल पुरख जी के बचन पा करके रोजाना दोहरा पढ़ते हैं ना, आग्या भई अकाल की। कहते मैनू अकाल पुरख वाहिगुरू जी की आग्या हुई, कलगीधर पिता जी फरमाउंदे ने, तबे चलायो पंथ का मतलब मार्ग रस्ता तबे चलाउणा कीता है। आखो सतनाम। और साढ़े वास्ते हुक्म किया है, सब सिखन को हुक्म है, बेनती नहीं, हुक्म हुक्म ही होंदा है। आखो सतनाम। सब सिखन को हुक्म है, गुरु मान्यो गुरु ग्रंथ जी मान्यो, प्रगट गुरां की दे, जो प्रभ को मिलवो चाहे खोज शब्द में ले। तो साध संगत कलगीधर पातशाह जी ने अपने पिछले जन्म की कथा बचित्र नाटक बाणी दे विच लिखना कीता कि सानू काल पुरख दा हुक्म होया तदे पंथ खालसा साजना कीता है। हेमकुंट की धरती ते पावन पवित्र बचन होए सन। इतिहास बड़ा लंबा है, पर समय दे विच रहिंदिआं संखेप विच ही बेनती करते हाँ। तद फिर खंडे बाटे की पहल पंजां प्यारिਆਂ ਨੂੰ छकाई। कलगीधर पातशाह जी ने आप अमृत छकिया, रहतां दसियां हन, और इन्हां रहतां बारे भी सतगुरु जी ज्ञान दिंदे हन। रहनी रहे सोई सिख मेरा, ओ साहिब मैं उसका चेहरा। ये साढ़े केस सानू उपदेश दिंदे हन। गुट विच कड़ा पाया सानू उपदेश दिंदा है। कशहरा पहनदिआं सानू उपदेश गुरु जी का दृढ़ करवाउंदा है, याद करवाउंदा है। श्री साहिब भाव कृपान पहनी हुई भी ये भी सानू याद कराउण वास्ते है। ऐ सिखा खंडे बाटे की पहुल छक के पंजां ककारां दे धारनी, कक्का केस, कक्का कंघा, कक्का कड़ा, कक्का कृपान, कक्का कशहरा, ये पंजां रहतां विच रहना। आखो सतनाम। अमृत वेले दियां पंज बाणियां जपदी साहिब, जाप साहिब, तापुर साह सवैये, चौपई साहब, आनंद साहिब, ये अमृत बाण अमृत वेले दियां गुरबाणियां। मूल मंत्र ते गुरमंत्र का सिमरन करना है, सरबत का भला मंगना है, धर्म की किरत करनी है। जदों साध संगत जड़े उठ गए सी, उन्होंने पता लग्या बाजां वाले पातशाह ने सीस जोड़ दिते ने, सुरजीत कर दिते ने। सुरजीत का अर्थ होंदा सदा जिउंदा रहे जिहड़ा। आखो सतनाम। मरे हुए नूं जिउंदा कर देना। मृतक को पायो तन सासा, बिशरत आन मलाया। सतगुरु मेरा मार जी वल है, वापस आ गए हैं, बेनतियां करते हैं महाराज सानू भी खंडे दी पहुल बख्शो, अमृत पीवो, सदा चिर जीवो। अमृत छकण दे नाल आत्मा बलवान हुंदी है। अमृत वेले उठ के सिमरन करन दे नाल सारी कारज रास हुंदे हन। अमृत वेले की कितनी महानता दसदे ने गुरबाणी विच सतगुरु जी। कर इशनान सिमर प्रभ अपना, मन तन भय आरोगा, कोट बिगन लाथे प्रभ सरना प्रगटे, भले संजोगा। जो भी प्राणी खंडे बाटे की पहल छक के गुरु बाला बन के अमृत वेले इशनान करदा, सिमरन करदा, उहदा तन ते मन निरोग रहना शुरू हो जाता है। जो भी प्राणी अमृत परिवार समेत अमृत छकिया होवे, अमृत वेले उठदे होण, अमृत वेले दीयां बाणियां दा जाप करते होण, उस घर की कदे ढैंडी कला नहीं हो सकती। आखो सतनाम। आपां सारे चाहुंदे हैं ना कि साडे घर की, साडे परिवार के जीवन की चढ़ती कला रहे। अरदास विच रोजाना पढ़ते हैं, सुनते हैं, नानक नाम
चढ़दी कला। नाम असीं जपदे नहीं परमेश्वर दा ते चढ़दी कला चाहुंदे हां। बिना पढ़े पढ़ाए तो, बिना स्कूल विच दाखला लए तो, पढ़े पढ़ाए तो मास्टर नूं कोई जाके कहे मैनूं 10वीं दा सर्टिफिकेट कट दे, नहीं मिल सकदा। इसे तरह बिना गुरु वाला बने तो, ਅੰਮ੍ਰਿਤ ਛਕੇ ਤੋਂ ਬਿਨਾ, ਰਹਿਤਾਂ ਰੱਖੀਆਂ ਤੋਂ ਬਿਨਾ, ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾ ਪਰਮੇਸ਼ਰ ਦੀ ਖੁਸ਼ੀ ਦੇ ਅਸੀਂ ਪਾਤਰ ਨਹੀਂ ਬਣ ਸਕਦੇ। ਆਖੋ ਸਤਿਨਾਮ। ਆਪਾਂ ਘਰਾਂ ਵਿੱਚ ਦੇਖਦੇ ਹਾਂ, ਜਿਹੜਾ ਕੋਈ ਬੱਚਾ ਮਾਂ ਪਿਓ ਦੀ ਆਗਿਆ ਵਿੱਚ ਨਹੀਂ ਚੱਲਦਾ, ਮਾਂ ਪਿਓ ਦਾ ਕਹਿਣਾ ਨਹੀਂ ਮੰਨਦਾ, ਮਾਂ ਪਿਓ ਤੋਂ ਪਰੇਸ਼ਾਨ ਰਹਿੰਦੇ ਨੇ। ਜਿਹੜਾ ਗੁਰੂ ਦਾ ਕਹਿਣਾ ਨਹੀਂ ਮੰਨਦਾ, ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ। ਅਗਰ ਗੁਰੂ ਦੀ ਖੁਸ਼ੀ ਲੈਣੀ ਹੈ ਤਾਂ ਸਤਿਗੁਰੂ ਜੀ ਗੁਰਬਾਣੀ ਵਿੱਚ ਉਪਦੇਸ਼ ਕਰਦੇ ਨੇ ਆਪਾਂ ਨੂੰ, ਸਾਰਿਆਂ ਨੂੰ ਹੀ, ਸਾਰਿਆਂ ਨੂੰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਮਨ ਵਿੱਚ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਤਾਂ ਮਨ ਠੇਕੇ 'ਤੇ ਵੇਚੀ ਫਿਰਦਾ। ਆਖੋ ਸਤਿਨਾਮ। ਇਹ ਇਨਸਾਨ ਤਾਂ ਮਨ ਵਿਸ਼ੇ ਵਿਕਾਰਾਂ ਵਿੱਚ ਵੇਚੀ ਫਿਰਦਾ, ਅਤੇ ਗੁਰੂ ਦੀ ਖੁਸ਼ੀ ਕਿੱਥੋਂ ਮਿਲੇ ਅਤੇ ਕਾਰਜ ਕਿੱਥੋਂ ਰਾਸ ਆਉਣ। ਕਾਨੂੰਨ ਕਾਨੂੰਨ ਹੀ ਹੈ, ਮਤ ਮਰਜ਼ਾਦਾ ਹੀ ਹੈ। ਗੁਰੂ ਸਾਹਿਬ ਦਸਮੇਸ਼ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਫਰਮਾਉਂਦੇ ਹਨ, ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਜਿਨ੍ਹਾਂ ਨੇ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੇਮ ਕੀਤਾ ਹੈ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਜਿਹੜੇ ਕਰ ਰਹੇ ਨੇ ਪ੍ਰੇਮ ਗੁਰੂ ਚਰਨਾਂ ਦੇ ਨਾਲ, ਉਹਨਾਂ ਨੂੰ ਵੀ ਪ੍ਰਾਪਤੀ ਹੋਵੇਗੀ। ਇਹ ਗਰੰਟਡ ਬਚਨ ਸਤਿਗੁਰੂ ਜੀ ਦੀ ਗੁਰਬਾਣੀ ਦੇ ਨੇ, ਅਤੇ ਸਾਨੂੰ ਸਤਿਗੁਰੂ ਜੀ ਨੇ ਕਕਾਰ ਬਖਸ਼ਿਸ਼ ਕਰਕੇ ਇਹ ਬਚਨ ਕਹੇ ਹਨ। ਉਹ ਕਰ ਤੇਜ ਕਰਾਰਾ ਜੀ ਖਾਲਸਾ ਰਚਿਆ ਗੁਰਾਂ ਨੇ ਪਿਆਰਾ। ਤੇਜ ਕਰਾਰਾ ਜੀ ਖਾਲਸਾ ਰਚਿਆ ਗੁਰਾਂ ਨੇ ਪਿਆਰਾ।
ਐਸਾ ਖਾਲਸਾ ਰਚਿਆ, ਨਾ ਡਰੇਗਾ ਨਾ ਕਿਸੇ ਨੂੰ ਡਰਾਵੇਗਾ। ਆਖੋ ਸਤਿਨਾਮ। ਇਹ ਖਾਲਸਾ ਨਿਰਵੈਰ ਰਹੇਗਾ, ਇਹ ਖਾਲਸਾ ਨਿਰਭਉ ਰਹੇਗਾ। ਨਿਰਭਉ ਜਪੈ ਸਗਲ ਭਉ ਮਿਟੈ। ਅੱਜ ਦੇ ਦਿਨ ਕਲਗੀਆਂ ਵਾਲੇ ਸਹਿਨਸ਼ਾਹ ਨੇ ਆਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ 1 ਵੈਸਾਖ ਵਾਲੇ ਦਿਨ 1699 ਈਸਵੀ ਨੂੰ ਪੰਥ ਖਾਲਸਾ ਰਚਨਾ ਕੀਤਾ ਹੈ। ਉੱਥੇ ਆਪ ਜੀ ਦਰਸ਼ਨ ਕਰਦੇ ਹੋ ਤਖਤ ਸ੍ਰੀ ਕੇਸਗੜ੍ਹ ਸਾਹਿਬ। ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਸੇਵਾ ਆਰੰਭ ਹੋਈ ਨਾ, ਜ਼ਿਕਰਯੋਗ ਗੱਲ ਹੈ ਸੰਤ ਸ਼੍ਰੀਮਾਨ ਸੰਤ ਹਰੀ ਸਿੰਘ ਜੀ ਕੁਹਾਰਪੁਰ ਵਾਲੇ, ਜੋ ਦੁਆਬੇ 'ਚ ਕੁਹਾਰ ਪਿੰਡ ਨਗਰ, ਉਹਨਾਂ ਨੇ ਸਾਧ ਸੰਗਤਾਂ ਨੂੰ ਬੇਨਤੀ ਕੀਤੀ, ਤਖਤ ਕੇਸਗੜ੍ਹ ਸਾਹਿਬ ਦੀ ਨਿਉ ਰੱਖੀ ਜਾ ਰਹੀ ਹੈ, ਜਿੱਥੇ ਗੁਰੂ ਜੀ ਨੇ 5 ਪਿਆਰੇ ਸਾਜ ਕੇ ਖੰਡੇ ਬਾਟੇ ਦੀ ਪਹੁਲ ਦੀ ਬਖਸ਼ਿਸ਼ ਕੀਤੀ। ਤੇ ਇਸ ਤਖਤ ਦਾ ਨਾਮ ਸ਼੍ਰੀ ਕੇਸਗੜ੍ਹ ਸਾਹਿਬ, ਤੇ ਕਹਿੰਦੇ ਇਹ ਸਾਡੇ ਮਨ ਦੀ ਵਿਚਾਰ ਹੈ, ਇਹ ਤਖਤ ਸਾਹਿਬ ਦੀ ਨਿਉ ਸੋਨੇ ਤੇ ਰੱਖੀ ਜਾਵੇ। ਆਖੋ ਸਤਿਨਾਮ। ਉਸ ਵਕਤ ਸੰਗਤਾਂ ਵੱਲੋਂ, ਬੀਬੀਆਂ ਭੈਣਾਂ ਵੱਲੋਂ, ਭਾਈਆਂ ਵੱਲੋਂ ਜਿੰਨਾ ਜਿੰਨਾ ਕਿਸੇ ਕੋਲ ਸੋਨਾ ਸੀ ਸਾਰਿਆਂ ਨੇ ਉਹ ਭੇਟ ਕਰ ਦਿੱਤਾ, ਸਾਰਿਆਂ ਨੇ ਭੇਟ ਕਰ ਦਿੱਤਾ। ਤੇ ਇਹ ਤਖਤ ਕੇਸਗੜ੍ਹ ਸਾਹਿਬ ਜੀ ਦੀ ਜਿਹੜੀ ਨੀਂਹ ਰੱਖੀ, ਉਹ ਸੋਨੇ ਦੇ ਉੱਪਰ ਰੱਖੀ ਗਈ ਹੈ। ਆਖੋ ਸਤਿਨਾਮ। ਅੱਜ ਦੇ ਦਿਹਾੜੇ ਤੋਂ ਸਾਨੂੰ ਸਭ ਸਿੱਖਿਆ ਮਿਲਦੀ ਹੈ। ਸਿੱਖਾ ਇੱਧਰ ਉੱਧਰ ਨਾ ਭਰਮ, ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ, ਮਹਾਂਪੁਰਖਾਂ ਭਲੇ ਪੁਰਖਾਂ ਦੀ ਸੰਗਤ ਕਰ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜ ਦੇਣ। ਸ਼੍ਰੋਮਣੀ ਭਗਤ ਧੰਨਾ ਜੀ ਮਹਾਰਾਜ ਜੀ ਦਾ ਵੀ ਪ੍ਰਕਾਸ਼ ਦਿਹਾੜਾ ਹੈ 21 ਅਪ੍ਰੈਲ ਦਾ। ਸਿੱਖ ਸੰਗਤਾਂ ਪਹਿਲਾਂ ਵੀ ਮਨਾ ਰਹੀਆਂ ਨੇ। ਇੱਥੇ ਵੀ ਮਹਾਨ ਉਪਰਾਲਾ ਕੀਤਾ ਨਗਰ ਰੁੜਕਾ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ। ਰਾਜਸਥਾਨ ਦੇ ਵਿੱਚ ਧੁਆਨ ਕਲਾਂ ਪਿੰਡ, ਜ਼ਿਲ੍ਹਾ ਟਾਂਕ, ਜ਼ਿਮੀਂਦਾਰ ਘਰਾਣੇ ਦੇ ਵਿੱਚ ਭਗਤ ਧੰਨਾ ਜੀ ਦਾ ਪ੍ਰਕਾਸ਼ ਹੋਇਆ। ਆਪ ਜੀ ਬਚਪਨ ਤੋਂ ਹੀ ਭਗਤੀ ਸ਼ੁਰੂ ਕਰ ਦਿੱਤੀ। ਬਚਪਨ ਤੋਂ ਹੀ ਭਗਤੀ ਸ਼ੁਰੂ ਹੋਣੀ ਪਿਛਲੇ ਜਨਮਾਂ ਦੀ ਕਮਾਈ ਦੀ ਨਿਸ਼ਾਨੀ ਹੈ। ਆਖੋ ਸਤਿਨਾਮ। ਹੁਣ ਆਪਾਂ ਕਈ ਵਾਰ ਕਿਸੇ ਨੂੰ ਕਹਿੰਦੇ ਆ ਚੱਲ ਵੀ ਗੁਰੂ ਘਰ ਚੱਲਦੇ ਆ, ਸੇਵਾ ਕਰਾਂਗੇ। ਇੱਕ ਤਾਂ ਕਿਸੇ ਨੂੰ ਪ੍ਰੇਰ ਕੇ ਲੈ ਕੇ ਆਉਂਦਾ, ਖੁਦ ਵੀ ਆਉਂਦਾ, ਦੂਸਰਿਆਂ ਨੂੰ ਪ੍ਰੇਰ ਕੇ ਲਿਆਉਂਦਾ। ਇੱਕ ਖੁਦ ਹੀ ਨਹੀਂ ਆਉਣਾ ਚਾਹੁੰਦਾ, ਉਹਨੇ ਕਿਸੇ ਨੂੰ ਕੀ ਪ੍ਰੇਰ ਕੇ ਲੈ ਆਉਣਾ। ਉਹਦੇ ਪੁੰਨ ਘੱਟ ਨੇ, ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਭਲੇ ਵੱਡੇ ਕਰਮਾਂ ਵਾਲਾ ਗੁਰੂ ਘਰ ਵਿੱਚ ਆਉਂਦਾ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ। ਸਾਡੇ 'ਤੇ ਕਿੰਨੀਆਂ ਬਖਸ਼ਿਸ਼ਾਂ ਨੇ। ਘਰ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਆਉਣਾ ਤਾਂ ਪੈਰ ਸਫਲ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਤਾਂ ਅੱਖਾਂ ਸਫਲੀਆਂ ਹੋ ਜਾਂਦੀਆਂ ਨੇ। ਅਤੇ ਜਦੋਂ ਨਮਸਕਾਰ ਕਰੀਦੀ ਹੈ ਗੁਰੂ ਜੀ ਦੇ ਚਰਨਾਂ ਵਿੱਚ ਸੀਸ ਰੱਖ ਕੇ, ਤਾਂ ਸਾਡਾ ਮੱਥਾ ਸਫਲ ਹੋ ਜਾਂਦਾ। ਅਤੇ ਜਦੋਂ ਕੰਨਾਂ ਦੇ ਨਾਲ ਗੁਰਬਾਣੀ ਕਥਾ ਕੀਰਤਨ ਵਿਚਾਰ ਸੁਣਦੇ ਹਾਂ ਕੰਨ ਸਫਲ ਹੋ ਜਾਂਦੇ ਨੇ। ਅਤੇ ਸਾਧ ਸੰਗਤ ਜਦੋਂ ਰਸਨਾ ਦੇ ਨਾਲ ਸ਼ਬਦ ਵਿੱਚ ਬੋਲੀ ਦਾ, ਨਾਮ ਜਪੀ ਦੀ ਹੈ, ਫਿਰ ਸਾਡੀ ਜੀਭਾ ਭਾਵ ਰਸਨਾ ਵੀ ਸਫਲ ਹੋ ਜਾਂਦੀ ਹੈ। ਆਖੋ ਸਤਿਨਾਮ। ਸ਼੍ਰੋਮਣੀ ਭਗਤ ਧੰਨਾ ਜੀ ਬਚਪਨ ਤੋਂ ਹੀ ਨਾਮ ਜਪਦੇ ਹਨ। ਖੇਤਾਂ ਦੇ ਵਿੱਚ ਸਾਧ ਸੰਗਤ ਗਊਆਂ ਵੀ ਚਾਰਦੇ ਨੇ, ਚੀਲ ਦੇ ਦਰਖਤ ਹੇਠਾਂ ਬਹਿ ਜਾਂਦੇ ਨੇ, ਪਰਮੇਸ਼ਰ ਦਾ ਨਾਮ ਵੀ ਜਪਦੇ ਹਨ। ਪਰਮੇਸ਼ਰ ਦੇ ਨਾਲ ਕਿੱਡੀ ਗੂੜ ਪ੍ਰੀਤੀ ਪਾਈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਇਹ ਬਿੱਧ ਸੁਣ ਕੇ ਜਾਟ ਰਹੋ। ਕਿਹੜੀ ਬਿੱਧ ਸੁਣੀ? ਪੰਚਮ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਅੰਦਰ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋਂ ਹੋਇਓ ਲਖੀਣਾ। ਗੋਬਿੰਦ ਗੋਬਿੰਦ ਜਪਦੇ ਨੇ, ਪਰਮੇਸ਼ਰ ਦੇ ਚਰਨਾਂ ਦੇ ਨਾਲ ਨਾਮ ਦੇ ਵਿੱਚ ਮਨ ਲੀਨ ਹੋ ਗਿਆ।
ਜਿਹੜੇ ਲੋਕ ਕਹਿੰਦੇ ਸੀ ਅੱਧੀ ਦਮੜੀ ਦਾ ਵਾ ਸ਼ਿੰਬਾ ਨਾਮਾ। ਗੁਰਬਾਣੀ ਦੇ ਵਿੱਚ 3 ਨਾਮ ਮਿਲਦੇ ਨੇ, ਅਤੇ ਸਾਧ ਸੰਗਤ ਭਗਤ ਨਾਮਦੇਵ ਜੀ ਨੂੰ ਨਾਮਦੇਵ ਵੀ ਲਿਖਿਆ, ਨਾਮਦੇਵ ਵੀ ਨਾਮਾ ਵੀ ਲਿਖਿਆ ਗੁਰਬਾਣੀ ਦੇ ਵਿੱਚ। ਆੜ ਦਾਮ ਕੋ ਛੀਪਰੋ ਹੋਇਓ ਲਖੀਣਾ, ਬੁਨ ਨਾ ਤਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰੋ ਭਇਓ ਗੁਣੀ ਗਹੀਰਾ। ਰਵਿਦਾਸ ਤੋਂ ਅੰਦਾ ਢੋਰ ਨੀਤਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬਤਕਾਰੀਆ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲੱਗਾ। ਅਤੇ ਫਿਰ ਧੰਨੇ ਭਗਤ ਜੀ ਨੇ ਭਗਤੀ ਸ਼ੁਰੂ ਕੀਤੀ ਹੋਈ ਸੀ, ਉਹਦਾ ਨਤੀਜਾ ਐਂਡ ਕੀ ਮਿਲਿਆ, ਰਿਜ਼ਲਟ ਕੀ ਮਿਲਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰਬਾਣੀ 'ਚ ਐਸਾ ਫਰਮਾਉਂਦੇ ਹਨ, ਮਿਲੇ ਪ੍ਰਤੱਖ ਗੁਸਾਈਆ, ਮਿਲੇ ਪ੍ਰਤੱਖ ਗੁਸਾਈਆ। ਮਿਲੇ ਪ੍ਰਤੱਖ ਗੁਸਾਈਆ, ਮਿਲੇ ਪ੍ਰਤੱਖ ਗੁਸਾਈਆ। ਰੱਬ
ਜੀ ਦਾ ਪ੍ਰੇਮ ਬਣਿਆ। ਪਰਮੇਸ਼ਰ ਵੀ ਕਾਜ ਸਵਾਰਦਾ, ਕਿਤੇ ਹਲਟ ਹੱਕਦਾ, ਕਿਤੇ ਨੱਕੇ ਛੱਡਦਾ, ਕਿਤੇ ਹਲ ਬਾਉਂਦਾ। ਧੰਨੇ ਭਗਤ ਦੇ ਖੇਤਾਂ ਵਿੱਚ ਆਖੋ ਸਤਿਨਾਮ। ਸਾਡੀ ਸ਼ਰਧਾ ਵਿੱਚ ਕਮੀ ਹੈ, ਸਾਡੇ ਵਿੱਚ ਕਮੀ ਹੈ। ਗੁਰਬਾਣੀ ਵਿੱਚ ਕੋਈ ਕਮੀ ਨਹੀਂ। ਪਰਮੇਸ਼ਰ ਦੇ ਧਿਆਨ ਦੇ ਕੇ ਜਦੋਂ ਛਕਦਾ ਫੇਰ ਦੱਸਦਾ ਵੀ ਲੂਣ ਮਿਰਚ ਘੱਟ ਹੈ ਜਾਂ ਸਹੀ ਹੈ ਜਾਂ ਵੱਧ ਹੈ। ਆਖੋ ਸਤਿਨਾਮ। ਗੁਰਬਾਣੀ ਧਿਆਨ ਨਾਲ ਪੜ੍ਹਨੀ, ਸੁਣਨੀ ਵੀ ਧਿਆਨ ਨਾਲ, ਕਥਾ ਕੀਰਤਨ ਵੀ ਧਿਆਨ ਲਾ ਕੇ ਸੁਣਨਾ। ਜਿਵੇਂ ਹੁਣ ਬੜੀ ਕਿਰਪਾ ਇਸ ਨਗਰ 'ਤੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼, ਤੁਹਾਡੇ ਨਜ਼ਦੀਕ ਕਰਮਸਰ ਸ੍ਰੀ ਰਾੜਾ ਸਾਹਿਬ ਪਰਮ ਸੰਤ ਈਸ਼ਰ ਸਿੰਘ ਮਹਾਰਾਜ ਜੀ, ਪਰਮ ਸੰਤ ਕਿਸ਼ਨ ਸਿੰਘ ਮਹਾਰਾਜ ਜੀ, ਆ ਜਿਹੜੇ ਸਿੰਘ ਸਾਹਿਬ ਲਾਈਵ ਦੀ ਸੇਵਾ ਨਿਭਾ ਰਹੇ ਨੇ, ਇਹ ਵੀ ਕਰਮਸਰ ਨਾਮ ਦੇ ਤੇ ਲਾਈਵ ਚੱਲਦਾ। ਲਖਵੀਰ ਸਿੰਘ ਜੀ ਅੱਜ ਇਹ ਵੀ ਬਹੁਤ ਸੇਵਾ ਵਿੱਚ ਬਿਜੀ ਨੇ, ਕਈ ਜਗ੍ਹਾ ਜਾ ਕੇ ਆਏ ਨੇ, ਕਈ ਜਗ੍ਹਾ ਇੱਥੋਂ ਬਾਅਦ ਆ ਸੇਵਾ ਨਿਭਾ ਕੇ ਇਹਨਾਂ ਨੇ ਜਾਣਾ। ਨਿਸਕਾਮ ਸੇਵਾ ਕਰਦੇ ਨੇ ਭਾਈ ਲਖਵੀਰ ਸਿੰਘ ਜੀ ਡਾਬੇ ਤੋਂ। ਆ ਲਾਈਵ ਦੇ ਰਾਹੀਂ YouTube 'ਤੇ ਫੇਸਬੁੱਕ 'ਤੇ ਸਿੱਧਾ ਪ੍ਰਸਾਰਣ ਸੰਗਤਾਂ ਦੀ ਸੇਵਾ ਵਿੱਚ ਅਰਪਣ ਕਰਦੇ ਨੇ। ਇਹ ਹੈ ਬਖਸ਼ਿਸ਼ ਦੀ ਨਿਸ਼ਾਨੀ, ਜਿਹਨੂੰ ਭਗਤ ਧੰਨਾ ਜੀ ਮਹਾਰਾਜ ਜੀ ਦੇ ਖੂਹ ਦਾ ਪਾਣੀ ਅੱਜ ਵੀ ਮਿੱਠਾ ਆ। ਆਖੋ ਸਤਿਨਾਮ। ਉਧਰਲੇ ਲੋਕਾਂ ਦੀ ਕਿੰਨੀ ਸ਼ਰਧਾ, ਧੰਨਾ ਭਗਤ ਜੀ ਦੇ ਖੂਹ ਦੇ ਪਾਣੀ ਨੂੰ ਆਪਣੇ ਖੇਤਾਂ ਵਿੱਚ ਵਰਤਦੇ ਨੇ, ਰੇਹ ਵਾਂਗੂ ਛਿੱਟਾ ਲਾ ਦਿੰਦੇ ਨੇ, ਦੁੱਗਣੀ ਫਸਲ ਨਿਕਲਦੀ ਹੈ, ਕੋਈ ਬਿਮਾਰੀ ਨਹੀਂ ਲੱਗਦੀ। ਅੱਜ ਵੀ ਇਹ ਪ੍ਰਤੱਖ ਸ਼ਕਤੀ ਵਰਤਦੀ ਹੈ। ਆਖੋ ਸਤਿਨਾਮ। ਧੰਨਾ ਭਗਤ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ। ਕਿੰਨੀ ਉਹਨਾਂ ਨੇ ਪ੍ਰੋੜਤਾ ਕੀਤੀ ਹੈ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਵਾਰਤਾ। ਸ਼੍ਰੋਮਣੀ ਭਗਤ ਧੰਨਾ ਜੱਟ ਜੀ ਮਹਾਰਾਜ ਫਰਮਾਉਂਦੇ ਨੇ, ਜਿਹੜੇ ਤੇਰੀ ਭਗਤੀ ਕਰਦੇ ਨੇ, ਨਾਮ ਜਪਦੇ ਨੇ, ਉਹਨਾਂ ਦਾ ਕਾਰਜ ਕੋਈ ਅਧੂਰਾ ਨਹੀਂ ਰਹਿੰਦਾ। ਉਹਨਾਂ ਦੇ ਕਾਰਜ ਆਪਣੇ ਆਪ ਸਵਾਰਦਾ ਪਰਮੇਸ਼ਰ। ਆਖੋ ਸਤਿਨਾਮ। ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਤ ਜੀਓ। ਭਗਤ ਜੀ ਕਹਿੰਦੇ ਆ ਚੀਜ਼ਾਂ ਮੰਗਣ ਤੋਂ ਵੀ ਨਹੀਂ ਮੈਂ ਸੰਗਦਾ। ਦਾਲ ਵੀ ਚਾਹੀਦੀ ਹੈ, ਸਿੱਧਾ ਵੀ ਚਾਹੀਦਾ, ਘਿਓ ਵੀ ਚਾਹੀਦਾ। ਆਖੋ ਸਤਿਨਾਮ। ਪਨੀਆਂ ਸ਼ਾਦ ਨੀਕਾ, ਅਨਾਜ ਮੰਗੂ ਸਤ ਸੀਕਾ, ਗਊ ਭੈਂਸ ਮੰਗੂ ਲਾਵੇਰੀ। ਭਗਤ ਧੰਨਾ ਜੀ ਕਹਿੰਦੇ ਹੈ ਅਕਾਲ ਪੁਰਖ ਜੀ, ਮੈਨੂੰ ਗਊ ਵੀ ਚਾਹੀਦੀ ਹੈ, ਮੱਝ ਵੀ ਚਾਹੀਦੀ ਹੈ, ਲਾਵੇਰੀ ਵੀ ਚਾਹੀਦੀ ਹੈ, ਇੱਕ ਤੇਜ਼ ਤੁਰਨ ਵਾਲੀ ਘੋੜੀ ਵੀ ਚਾਹੀਦੀ ਹੈ ਮੈਨੂੰ। ਆਖੋ ਸਤਿਨਾਮ। ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ। ਪਰਮੇਸ਼ਰ ਤੋਂ, ਗੁਰੂ ਤੋਂ ਮੰਗਣਾ ਕੋਈ ਗੁਨਾਹ ਨਹੀਂ ਹੁੰਦਾ, ਮੰਗਣਾ ਚਾਹੀਦਾ। ਗੁਰੂ ਪਰਮੇਸ਼ਰ ਤੋਂ ਵੀ ਮੰਗਣਾ ਚਾਹੀਦਾ। ਸਾਧ ਸੰਗਤ ਸਰੀਰ ਛੱਡਣ ਤੋਂ ਬਾਅਦ ਤਾਂ ਸਾਰੀ ਅਰਦਾਸ ਕਰਾਉਂਦੇ ਨੇ ਕਿ ਤੇਰੇ ਚਰਨਾਂ ਵਿੱਚ ਨਿਵਾਸ ਬਖਸ਼ੀ ਮਹਾਰਾਜ, ਆਪਣੇ ਚਰਨਾਂ ਵਿੱਚ। ਆਪਾਂ ਖੁਦ ਹੀ ਕਹਿਣਾ, ਇਹ ਅਰਦਾਸ ਕਰਨੀ ਸ਼ੁਰੂ ਕਰੀਏ ਸੁਬਾਹ ਸ਼ਾਮ ਜਦੋਂ ਨਿਤਨੇਮ ਕਰਦੇ ਹਾਂ ਕਿ ਇਹ ਪਰਮੇਸ਼ਰ, ਇਹ ਸਤਿਗੁਰੂ ਜੀ, ਸਾਨੂੰ ਸਦਾ ਲਈ ਜਿਉਂਦੇ ਜੀ ਤੋਂ ਹੀ ਤੁਹਾਡੇ ਚਰਨਾਂ ਵਿੱਚ ਸਾਡਾ ਨਿਵਾਸ ਹੋ ਜਾਵੇ। ਆਖੋ ਸਤਿਨਾਮ। ਹਾਂਜੀ, ਪੰਜਾਂ ਪਿਆਰਿਆਂ ਨੇ ਸਿਰ ਦਿੱਤੇ ਹਨ, ਸਿੱਖੀ ਪ੍ਰਾਪਤ ਕੀਤੀ ਹੈ। ਧੰਨ ਸ਼੍ਰੀ ਹਜ਼ੂਰ ਬਾਬਾ ਮੀਆਂ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ ਨੇੜੇ ਹੀ ਹੈ, ਨਜ਼ਦੀਕ ਹੀ ਹੈ ਨਗਰ ਆਪਣੇ। ਇੱਥੇ ਰੁੜਕੇ ਤੋਂ ਸਿਆੜ ਸਾਹਿਬ ਬਾਬਾ ਜੀ ਬਖਸ਼ਿਸ਼ ਕਰਿਆ ਕਰਦੇ। ਕਮਾਲ ਦਾ ਪਿਆਰ ਹੈ ਗੁਰੂ ਦਾ ਆਪਣੇ ਸਿੱਖਾਂ ਨਾਲ। ਕਹਿੰਦੇ ਗੁਰੂ ਜੀ ਵੱਲ ਦੇਖਦੇ ਹਾਂ ਤਾਂ ਸਿੱਖੀ ਧਰਮ ਤੋਂ ਸਾਰਾ ਸਰਬੰਸ ਹੀ ਵਾਰ ਦਿੱਤਾ। ਆਖੋ ਸਤਿਨਾਮ। ਸਿੱਖਾਂ ਵੱਲ ਦੇਖਦੇ ਹਾਂ ਗੁਰੂ ਨਾਲ ਕਿੱਡਾ ਪਿਆਰ ਕੀਤਾ ਹੈ। ਅਤੇ ਗੁਰੂ ਜੀ ਨੇ ਜੇ ਸੀਸ ਮੰਗਿਆ ਤਾਂ ਆਪਣਾ ਸੀਸ ਗੁਰੂ ਦੇ ਸ੍ਰੀ ਸਾਹਿਬ ਦੇ ਅੱਗੇ ਅਰਪਣ ਕਰ ਦਿੱਤਾ ਕਿ ਤਨ ਮਨ ਧਨ ਸਭ ਕੁਛ ਤੁਹਾਡਾ ਹੀ ਹੈ। ਆਖੋ ਸਤਿਨਾਮ। ਅਤੇ ਸਾਧ ਸੰਗਤ ਸਿੱਖ ਗੁਰੂ ਤੋਂ ਕੁਰਬਾਨ ਹੋ ਰਿਹਾ। ਗੁਰੂ ਸਿੱਖੀ ਧਰਮ ਤੋਂ ਸਾਰਾ ਕੁਝ ਸਾਡੇ ਤੋਂ ਦੀ ਧਰਮ ਤੋਂ ਦੀ ਵਾਰ ਦਿੱਤਾ। ਅਤੇ ਦੇ ਕੇ ਕੇਸ ਕਿਹਾ ਦਸ਼ਮੇਸ਼ ਜੀ ਨੇ, ਬਖਸ਼ੀਆਂ ਅੱਜ ਤੁਹਾਨੂੰ ਸਰਦਾਰੀਆਂ ਨੇ।
ਕੰਗਾ ਫੇਰਦੇ ਸਦਾ ਹੀ ਯਾਦ ਰੱਖਣਾ, ਚੱਲਣੀਆਂ ਕਦੇ ਸੀਸ ਤੇ ਆਰੀਆਂ ਨੇ। ਦਿੱਤੀ ਤੇਗ ਮਜਲੂਮਾਂ ਦੀ ਕਰੀ ਰੱਖਿਆ, ਕੜਾ ਨਹੀਂ ਇਹ ਕੜੀਆਂ ਹਮਾਰੀਆਂ ਨੇ। ਜਤ ਸਤ ਵਿੱਚ ਰਹੀ ਪੂਰਾ, ਇਹ ਜਿਹੜਾ ਕਸ਼ਹਿਰਾ ਪਹਿਨਾਇਆ। ਦਿੱਤੀ ਕਸ਼ ਤੈਨੂੰ ਜਤ ਸਤ ਰੱਖਣੇ ਦੀ, ਇਹਦੇ ਵਿੱਚ ਤਾਂ ਬਰਕਤਾਂ ਸਾਰੀਆਂ ਨੇ। ਤੇ ਸਾਧ ਸੰਗਤ ਇਹ ਸਾਨੂੰ ਉਪਦੇਸ਼ ਮਿਲਦਾ, ਕਿਸੇ ਨੂੰ ਕੋਈ ਵਸਤੂ ਦੇਵੋ, ਕੜਾ ਅੱਗੇ ਨੂੰ ਰਹੇਗਾ। ਕਿਸੇ ਤੋਂ ਕੁਝ ਮੰਗ ਲਓ, ਕੁਝ ਪ੍ਰਾਪਤ ਕਰੋਗੇ, ਕੜਾ ਪਿੱਛੇ ਨੂੰ ਜਾਵੇਗਾ। ਸਿੱਖ ਸਾਧ ਸੰਗਤ ਦਾਨੀ ਹੈ, ਸਿੱਖ ਮੰਗਤਾ ਨਹੀਂ ਬਣਾਇਆ ਗੁਰੂ ਨੇ। ਆਖੋ ਸਤਿਨਾਮ ਵਾਹਿਗੁਰੂ। ਪੰਜੇ ਕਕਾਰ ਸਾਨੂੰ ਯਾਦ ਕਰਾਉਂਦੇ ਹਨ। ਕੇਸਾਂ ਦੀ ਨਿਆਈ, ਸਤਸੰਗ, ਧਰਮ ਭਾਲ। ਜਦੋਂ ਕੇਸ ਵਾਹੁੰਦੇ ਆ 2 ਟਾਈਮ ਕੁਝ ਕੇਸ ਨਿਕਲਦੇ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਆਪਣੀ ਸਰੀਰ ਦੇ ਵਿੱਚੋਂ ਬੇਕਾਰ ਕੱਢ ਦੇ, ਨਾਮ ਜਪ ਜਪ ਕੇ। ਸ੍ਰੀ ਸਾਹਿਬ ਪਹਿਨਾਈਏ, ਨਹੀਂ ਕਹਿ ਦੇਣਾ ਤੂੰ ਠੱਗੀਆਂ ਲਾਵੇਂ, ਦਿਖਾਵਾ ਕਰਕੇ ਚੋਰੀਆਂ ਕਰੇ, ਨਹੀਂ। ਇਹ ਮਜਲੂਮਾਂ ਦੀ ਰੱਖਿਆ ਵਾਸਤੇ ਪਹਿਨਾਈ। ਆਖੋ ਸਤਿਨਾਮ। ਕੜਾ ਇੱਕ ਕੜੀ ਦੀ ਤਰ੍ਹਾਂ ਹੈ, ਤੈਨੂੰ ਯਾਦ ਰਹੇ ਮੈਨੂੰ ਗੁਰੂ ਨੇ ਨਿਜ ਮੰਦਿਰ ਕਰਵਾਇਆ। ਚੋਰੀ ਨਹੀਂ ਕਰਨੀ, ਮਾੜੇ ਕਰਮ ਨਹੀਂ ਕਰਨੇ ਇਹਨਾਂ ਹੱਥਾਂ ਦੇ ਨਾਲ। ਕਸ਼ਹਿਰਾ ਪਹਿਨਾਇਆ ਹੈ ਸਾਧ ਸੰਗਤ, ਜਤ ਸਤ ਵਿੱਚ ਪੂਰਾ ਰਹਿਣਾ। ਆਪਣੀ ਧਰਮ ਸਪਤਨੀ ਤੋਂ ਬਿਨਾਂ ਕੋਈ ਵੱਡੀ ਨੂੰ ਮਾਤਾ ਸਮਾਨ, ਬਰਾਬਰ ਦੀ ਨੂੰ ਭੈਣ ਸਮਾਨ, ਛੋਟੀ ਨੂੰ ਧੀ ਸਮਾਨ ਸਮਝਣਾ। ਆਖੋ ਸਤਿਨਾਮ। ਇੱਕ ਸਿੱਖੀ ਧਰਮ ਦੇ, ਇਹ ਖਾਲਸਾ ਦੇ ਨਿਯਮ ਕਲਗੀਧਰ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਏ ਨੇ। ਸੋ ਆਓ, ਸਮੇਂ ਦੀ ਸਮਾਪਤੀ ਹੈ, ਕਿਉਂਕਿ ਸਾਡੇ ਇਹ ਭਾਈ ਲਖਵੀਰ ਸਿੰਘ ਜੀ ਜੋ ਲਾਈਵ ਦੀ ਸੇਵਾ ਕਰਦੇ ਨੇ, ਸਿੱਧਾ ਪ੍ਰਸਾਰਣ ਤੁਹਾਡੇ ਭਾਗਾਂ ਭਰਿਆ ਨਗਰ ਰੁੜਕਾ ਦੀਆਂ ਸਮੂਹ ਸਿੱਖ ਸੰਗਤਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਦਾ ਸਦਕਾ ਦੂਰ ਦੂਰ ਤੱਕ ਇਹਨਾਂ ਨੇ ਇਹ ਤੁਹਾਡੇ ਨਗਰ ਦਾ ਨਾਮ ਅੱਜ ਕੁਝ ਮਿੰਟਾਂ ਤੱਕ ਵੈਸੇ ਪਹੁੰਚਾ ਹੀ ਰਹੇ ਨੇ। ਇਹਨਾਂ ਦਾ ਵੀ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰੋੜਾਂ ਵਾਰੀ ਧੰਨਵਾਦ। ਹਿਰਦੇ 'ਚੋਂ ਬਾਰੰਬਾਰ ਨਮਸਕਾਰਾਂ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਸੋ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਆਪ ਜੀ ਨੂੰ ਲੱਖਾਂ ਲੱਖਾਂ ਵਧਾਈਆਂ ਹੋਣ। ਸ਼੍ਰੋਮਣੀ ਭਗਤ ਧੰਨਾ ਜੀ, ਇਹਨਾਂ ਦੇ ਵਿੱਚ 607ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਭਾਵੇਂ ਕੋਈ ਗੁਰੂ ਸਾਹਿਬ ਜੀ ਨੇ, ਭਗਤ ਸਾਹਿਬਾਨ ਜੀ ਨੇ, ਸ਼ਹੀਦ ਨੇ, ਕਿਸੇ ਇੱਕ ਕੌਮ, ਗੋਤ, ਮਜ਼ਹਬ ਦੇ ਨਹੀਂ ਹੁੰਦੇ। ਆਖੋ ਸਤਿਨਾਮ। ਸਿੰਘ ਸ਼ਹੀਦ, ਗੁਰੂ ਸਾਹਿਬਾਨ, ਅਵਤਾਰੀ ਪੁਰਸ਼, ਮਹਾਂਪੁਰਸ਼, ਭਗਤ ਜਨ ਸਾਰੇ ਸੰਸਾਰ ਦੇ ਸਾਂਝੇ ਹੁੰਦੇ ਹਨ। ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਭਗਤ ਧੰਨਾ ਜੀ ਜੱਟ ਦਾ ਇੱਥੇ ਪ੍ਰਕਾਸ਼ ਦਿਹਾੜਾ ਮਨਾਇਆ, ਕਿਉਂਕਿ ਸਾਰਿਆਂ ਦੇ ਸਾਂਝੇ ਹਨ। ਉਹਨਾਂ ਦੀ ਬਾਣੀ ਦੇ ਵਿੱਚੋਂ ਸਾਨੂੰ ਸ਼ਬਦ ਉਪਦੇਸ਼ ਮਿਲਦੇ ਨੇ ਕਿ ਗੁਰੂ ਵਾਲਾ ਜ਼ਰੂਰ ਬਣਨਾ ਹੈ, ਨਾਮ ਜ਼ਰੂਰ ਜਪਣਾ, ਧਰਮ ਦੀ ਕਿਰਤ ਬਿਰਤ ਕਰਦਿਆਂ ਸਰਬੱਤ ਦਾ ਭਲਾ ਮੰਗਣਾ ਹੈ। ਆਖੋ ਸਤਿਨਾਮ। ਸੋ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਛਕੀ ਆ, ਬੜਭਾਗੇ ਉਹ, ਵਧਾਈ ਦੇ ਪਾਤਰ ਉਹ। ਨਿਤਨੇਮ ਸਿਮਰਨ ਕਰਦੇ ਜਾਓ, ਸਾਧੂਆਂ ਦੀ ਸੰਗਤ ਕਰੋ, ਭਟਕਾਊ ਪ੍ਰਚਾਰ ਤੋਂ ਬਚੋ। ਜਿਹੜੇ ਗੁਰਬਾਣੀ ਲਈ ਸੰਕੇ ਸੰਸੇ ਪਾਉਂਦੇ ਨੇ, ਗੁਰ ਇਤਿਹਾਸ ਲਈ ਤੋੜ ਮਰੋੜ ਕੇ ਪੇਸ਼ ਕਰਦੇ ਨੇ, ਸਿੱਖ ਕੌਮ ਦੇ ਵਿੱਚ ਵਿਵਾਦ ਖੜੇ ਕਰਦੇ ਨੇ, ਐਸੇ ਪ੍ਰਚਾਰਕਾਂ ਤੋਂ ਕਿਨਾਰਾ ਰੱਖੋ। ਪਰਮ ਸੰਤ ਈਸ਼ਰ ਸਿੰਘ ਮਹਾਰਾਜ ਜੀ ਨੇ 50-52 ਸਾਲ ਸਿੱਧੀਆਂ ਧਾਰਨਾ ਔਰ ਸਾਖੀਆਂ ਸੁਣਾ ਕੇ ਹੀ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਤਾ। ਆਖੋ ਸਤਿਨਾਮ। ਸੰਤ ਅਤਰ ਸਿੰਘ ਮਹਾਰਾਜ ਜੀ ਮਸਤੂਆਣੇ ਵਾਲੇ, ਉਹਨਾਂ ਨੇ ਵੀ ਇਹ ਸਿੱਧੀਆਂ ਧਾਰਨਾ ਦਾ ਕੀਰਤਨ ਦਰਗਾਹ ਵਿੱਚੋਂ ਲੈ ਕੇ ਆਏ। ਆ ਚਮਟੇ, ਮਰਦੰਗ, ਹਾਰਮੋਨੀਅਮ ਦੇ ਨਾਲ ਸਿੱਧੀਆਂ ਧਾਰਨਾ ਜੋ ਅਨਪੜ੍ਹ ਦੇ ਵੀ ਸਮਝ ਵਿੱਚ ਆ ਜਾਵੇ। ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਹੁਲ ਪੰਜਾਂ ਪਿਆਰਿਆਂ ਰਾਹੀਂ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ। ਕੋਈ ਵੀ ਸਤਿਪੁਰਸ਼ ਆਪਦੇ ਸਰੀਰ ਨਾਲ ਨਹੀਂ ਜੋੜਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਦਾ। ਆਖੋ ਸਤਿਨਾਮ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ
ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗਾਂਗੇ ਲੜ ਭਲੇ ਸਤਪੁਰਸ਼ਾਂ ਗੁਰਮੁਖ ਪਿਆਰਿਆਂ ਦੀ ਕਰਾਂਗੇ ਸੰਗਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਸਿਮਰਨ ਨਿਤਨੇਮ ਬਾਣੀਆਂ ਦਾ ਕਰਾਂਗੇ ਅਭਿਆਸ ਫਿਰ ਸਤਿਗੁਰੂ ਜੀ ਆਸ਼ੀਰਵਾਦ ਬਖਸ਼ਿਸ਼ ਕਰਨਗੇ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇ ਕਿਸੇ ਦੀ ਸ਼ਾਨ ਦੇ ਖਿਲਾਫ ਗੁਰਮਤਿ ਤੋਂ ਅਧੂਰਾ ਲਫ਼ਜ਼ ਮੇਰੀ ਜੀਭਾ ਤੋਂ ਨਿਕਲਿਆ ਹੋਵੇ ਅਣਜਾਣ ਬੱਚੇ ਸਮਝ ਕੇ ਖਿਮਾ ਕਰਨਾ ਅੱਗੇ ਵਾਸਤੇ ਸਤਿਗੁਰੂ ਜੀ ਰਹਿਮਤ ਕਰਨਗੇ ਫਿਰ ਆਪ ਸੰਗਤਾਂ ਦੇ ਦਰਸ਼ਨ ਕਰਾਉਣਗੇ ਇਸੇ ਤਰ੍ਹਾਂ ਫਿਰ ਕੀਰਤਨ ਰਾਹੀਂ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ ਗੁਰੂ ਸਾਹਿਬ ਨੇ ਆਪਣੇ ਤੇ ਬਖਸ਼ਿਸ਼ ਕੀਤੀ ਚਰਨਾਂ ਵਿੱਚ ਬੁਲਾਇਆ ਸਤ ਸੰਗਤ ਕਰਨ ਤੇ ਸੁਣਨ ਦਾ ਸੇਵਾ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਭਾਈ ਗੁਰਜੀਤ ਸਿੰਘ ਜੀ ਭਾਈ ਸੁਖਜੀਤ ਸਿੰਘ ਜੀ ਤਕਰੀਬਨ 90-91 ਸੰਨ ਤੋਂ ਇਸੇ ਰਸਤਿਆਂ ਵਿੱਚ ਦੀ ਲੰਘਦੇ ਰਹੇ ਹਾਂ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੀ ਸੰਗਤ ਕਰਦੇ ਹੋਏ ਸਾਈਕਲ 'ਤੇ ਹੀ ਆਨ ਜਲ ਹੈ ਗੁਰੂ ਦੀ ਬਖਸ਼ਿਸ਼ ਹੈ ਪਹਿਲਾਂ ਵੀ ਜਦੋਂ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਸਿੱਧ ਸਿਹੋੜੇ ਵਾਲਿਆਂ ਦੀ ਪਾਵਨ ਪਵਿੱਤਰ ਯਾਦ ਵਿੱਚ ਇੱਥੇ ਸਮਾਗਮ ਹੋਇਆ ਸੀ ਉਦੋਂ ਵੀ ਦਾਸ ਹਾਜ਼ਰੀ ਭਰ ਕੇ ਗਏ ਸੀ ਉਦੋਂ ਬਾਬਾ ਅੰਗਰੇਜ਼ ਸਿੰਘ ਜੀ ਇੱਥੇ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਸੀ ਅਤੇ ਆਹ ਦੂਸਰਾ ਸਮਾਂ ਬਣਿਆ ਹੈ ਭਾਈ ਗੁਰਜੀਤ ਸਿੰਘ ਜੀ ਭਾਈ ਸੁਖਜੀਤ ਸਿੰਘ ਜੀ ਬੜੇ ਸਾਡੇ ਸਤਿਕਾਰਯੋਗ ਨੇ ਸਾਰੀ ਹੀ ਪ੍ਰਬੰਧਕ ਕਮੇਟੀ ਸਮੁੱਚਾ ਨਗਰ ਸਾਰਿਆਂ ਨੂੰ ਫੇਰ ਆਖਰ ਵਿੱਚ ਵੈਸਾਖੀ ਦੇ ਸ਼ੁਭ ਦਿਹਾੜੇ 'ਤੇ ਸ਼੍ਰੋਮਣੀ ਭਗਤ ਧੰਨਾ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਵਧਾਈਆਂ ਭਾਈ ਲਖਵੀਰ ਸਿੰਘ ਜੀ ਕਰਮਸਰ ਚੈਨਲ ਸੇਵਾ ਸੁਸਾਇਟੀ ਡਾਬੇ ਵਾਲੇ ਤਿਨਾਂ ਦਾ ਵੀ ਧੰਨਵਾਦ ਜੋ ਕਿ ਹਰ ਵਕਤ ਹੀ ਚਾਅ ਰੱਖਦੇ ਨੇ ਨਾਮ ਬਾਣੀ ਗੁਰਬਾਣੀ ਕਥਾ ਕੀਰਤਨ ਦਾ ਇਹ ਲਾਈਵ ਪ੍ਰੋਗਰਾਮ ਕਰਨ ਦੀ ਸੇਵਾ ਨਿਭਾਉਂਦੇ ਨੇ ਸਤਿਗੁਰੂ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਵਿੱਚ ਰੱਖਣ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਆਨੰਦ ਸਾਹਿਬ ਦੀਆਂ 6 ਪੌੜੀਆਂ ਵਿੱਚ ਸਾਥ ਦਿਓ ਫਿਰ ਅਰਦਾਸ ਵਿੱਚ ਜੁੜਾਂਗੇ ਹੁਕਮਨਾਮੇ ਸਾਹਿਬ ਸਰਵਣ ਕਰਕੇ ਅਗਲਾ ਪ੍ਰੋਗਰਾਮ ਪ੍ਰਬੰਧਕ ਸੱਜਣਾ ਤੋਂ ਸਰਵਣ ਕਰਨਾ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਈ ਸ਼ਬਦ ਗਾਇਆ ਜਹ ਨਾਨਕ ਨੰਦ ਸਤਿਗੁਰੂ ਮੈਂ ਪਾਇਆ ਹਰ ਨਾਮ ਰਹੁ ਤੂੰ ਮਨ Amen.